ਹੈਲੋ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਵਿਦਿਆਰਥੀਓ, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 9ਵੀਂ ਦੀ ਪਾਠ ਪੁਸਤਕ ਪੰਜਾਬੀ ਵਿਰਸਾ ਦੇ ਭਾਗ ਦੂਜੇ ਵਿੱਚ ਦਰਜ ਪਰੀ ਕਥਾਵਾਂ। ਕੀ ਹੈ ਪਰੀ ਕਥਾਵਾਂ? ਅਸੀਂ ਪੜ੍ਹਾਂਗੇ। ਲੋਕ ਕਥਾਵਾਂ ਸੱਭਿਆਚਾਰ ਦਾ ਦਰਪਣ ਹੁੰਦੀਆਂ ਹਨ। ਇਹ ਸਮਾਜ ਦੀ ਵਿਵਹਾਰਿਕ ਜੀਵਨ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਇਹ ਲੋਕ ਮਨ ਨੂੰ ਅਰਥਪੂਰਨ ਰੂਪ ਵਿੱਚ ਪੇਸ਼ ਕਰਦੀਆਂ ਹਨ। ਲੋਕ ਕਥਾਵਾਂ ਦੇ ਵਿਭਿੰਨ ਰੂਪ ਹਨ, ਜਿਨ੍ਹਾਂ ਵਿੱਚੋਂ ਪਰੀ ਕਥਾਵਾਂ ਮਹੱਤਵਪੂਰਨ ਅੰਗ ਹਨ। ਪਰੀ ਕਥਾਵਾਂ, ਜਿਸ ਤਰ੍ਹਾਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਲੋਕ ਕਹਾਣੀਆਂ ਦਾ ਸੰਬੰਧ ਕਿਸੇ ਪਰੀ, ਅਪਸਰਾ, ਦੇਵੀ, ਸ਼ਹਿਜ਼ਾਦੀਆਂ ਆਦਿ ਨਾਲ ਸੰਬੰਧਿਤ ਬਿਰਤਾਂਤ ਬਾਰੇ ਹੁੰਦਾ ਹੈ। ਪਰੀ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਉਤਪਤੀ ਪਰੀਦਨ ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦੇ ਸ਼ਾਬਦਿਕ ਅਰਥ ਉੱਡਣਾ ਨਾਲ ਸੰਬੰਧਿਤ ਹਨ। ਪਰੀ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਪਰੀ ਸ਼ਬਦ ਦੀ ਉਤਪਤੀ ਪਰੀਦਨ ਤੋਂ ਹੋਈ ਮੰਨੀ ਗਈ ਹੈ, ਜਿਸ ਦਾ ਸ਼ਾਬਦਿਕ ਅਰਥ ਉੱਡਣਾ ਹੁੰਦਾ ਹੈ। ਉਹਨਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਪਰੀ ਉਹ ਇਸਤਰੀ ਹੈ ਜੋ ਉੱਡ ਵੀ ਸਕਦੀ ਹੈ। ਦਰਅਸਲ ਪਰੀ ਕਥਾਵਾਂ ਦੀ ਰਚਨਾ ਦ੍ਰਿਸ਼ਟੀ ਵਿਲੱਖਣ ਕਿਸਮ ਦੀ ਹੈ। ਇਹਨਾਂ ਲੋਕ ਕਥਾਵਾਂ ਵਿੱਚ ਕਲਪਨਾ ਦੀ ਬਹੁਤਾਤ ਹੁੰਦੀ ਹੈ। ਜੀਵਨ ਵਿੱਚ ਹਰ ਅਸੰਭਵ ਜਾਪਣ ਵਾਲੀ ਗੱਲ ਪਰੀ ਕਥਾਵਾਂ ਵਿੱਚ ਸੰਭਵ ਜਾਪਦੀ ਹੈ। ਮਿਸਾਲ ਵਜੋਂ ਕੋਈ ਸ਼ਹਿਜ਼ਾਦਾ, ਰਾਜਾ, ਬਾਦਸ਼ਾਹ, ਹੰਸ ਵਰਗੇ ਪੰਛੀ 'ਤੇ ਬੈਠ ਕੇ ਪਹਾੜਾਂ, ਦਰਿਆਵਾਂ, ਸਮੁੰਦਰਾਂ ਨੂੰ ਪਾਰ ਕਰ ਜਾਂਦਾ ਹੈ। ਪਰੀ ਸ਼ਹਿਜ਼ਾਦੀ ਭੇਸ ਵਟਾ ਕੇ ਫੁੱਲ, ਰੁੱਖ, ਕੁਝ ਵੀ ਬਣ ਜਾਂਦੀ ਹੈ। ਪੰਛੀ ਬੋਲਦੇ ਹਨ, ਦਿਲਾਂ ਦੇ ਭੇਤ ਸਾਂਝੇ ਕਰਦੇ ਹਨ। ਇੰਝ ਅਨੋਖੀ ਦੁਨੀਆ ਦੇ ਦੀਦਾਰ ਇਹਨਾਂ ਕਹਾਣੀਆਂ ਵਿੱਚ ਤਲਾਸ਼ੇ ਜਾ ਸਕਦੇ ਹਨ। ਪਰੀ ਜਗਤ ਦਾ ਚਰਿੱਤਰ ਵਸਤੂ ਜਗਤ ਨਾਲੋਂ ਭਿੰਨ ਹੈ। ਪਰੀ ਜਗਤ ਵਸਤੂ ਜਗਤ ਨਾਲੋਂ ਭਿੰਨ ਹੈ। ਮਨੋਰੰਜਨ ਦੇ ਨਾਲ ਨਾਲ ਕਹਾਣੀ ਰਸ ਇਹਨਾਂ ਕਥਾਵਾਂ ਦਾ ਮੁੱਖ ਲੱਛਣ ਹੁੰਦਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦਾ ਸੰਬੰਧ ਵਕਤੇ ਤੇ ਸਰੋਤੇ ਨਾਲ ਹੈ। ਹੁੰਗਾਰਾ ਵੀ ਇਸ ਦਾ ਹਿੱਸਾ ਹੈ। ਸੁਣਨ ਵਾਲੇ ਨੇ ਹੁੰਗਾਰਾ ਵੀ ਭਰਨਾ ਹੁੰਦਾ ਹੈ। ਇਸ ਲਈ ਕਹਾਣੀ ਰਸ ਜ਼ਰੂਰੀ ਹੈ। ਕਈ ਵਿਦਵਾਨ ਇਹਨਾਂ ਕਹਾਣੀਆਂ ਵਿੱਚੋਂ ਸਾਡੇ ਲੋਕ ਵਿਸ਼ਵਾਸ, ਰਸਮ ਰਿਵਾਜ ਆਦਿ ਦੇ ਅੰਸ਼ ਵੀ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ। ਪਰੀ ਕਥਾਵਾਂ ਦੇ ਪਾਤਰ ਕਿਸੇ ਤਲਾਸ਼ ਵਿੱਚ ਔਖੇ ਪੈਂਡਿਆਂ ਮੁਸ਼ਕਲਾਂ ਨੂੰ ਤਨ ਮਨ 'ਤੇ ਹੰਢਾਉਂਦੇ ਹਨ। ਫਿਰ ਅਚਾਨਕ ਕੋਈ ਅਜਿਹਾ ਮੌਕਾ ਮੇਲ ਬਣਦਾ ਹੈ ਕਿ ਉਹ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ। ਸੰਘਰਸ਼ਮਈ ਜੀਵਨ ਦੀ ਪੇਸ਼ਕਾਰੀ ਕਰਕੇ ਹਿੰਮਤ, ਸਾਹਸ ਦੀ ਜਗਿਆਸਾ ਬਰਕਰਾਰ ਰੱਖੀ ਜਾਂਦੀ ਹੈ। ਪਹੁੰਚ ਦੀ ਪ੍ਰਾਪਤੀ ਕਰਕੇ ਨਾਇਕ ਦੇ ਮਨ ਨੂੰ ਸਕੂਨ ਮਿਲਦਾ ਹੈ। ਇਸ ਨਾਲ ਸਰੋਤੇ ਪਾਠਕ ਦੇ ਮਨ ਨੂੰ ਵੀ ਸਕੂਨ ਹਾਸਲ ਹੁੰਦਾ ਹੈ। ਕਹਾਣੀ ਦਾ ਅੰਤ ਸੁਖਾਵਾਂ ਹੁੰਦਾ ਹੈ। ਪਰੀ ਕਥਾਵਾਂ ਦੀ ਕਹਾਣੀ ਪਹਿਲਾਂ ਸੰਘਰਸ਼ਮਈ ਹੁੰਦੀ ਹੈ, ਉਸ ਤੋਂ ਬਾਅਦ ਅੰਤ ਸੁਖਾਵਾਂ ਹੁੰਦਾ ਹੈ। ਇਸ ਕਿਸਮ ਦੀਆਂ ਕਹਾਣੀਆਂ ਵਿੱਚ ਕੁਝ ਮਨਾਹੀਆਂ ਵੀ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਭਾਵ ਕਿ ਕੁਝ ਕਾਰਜ ਨਾ ਕਰਨ ਦੀ ਨਸੀਹਤ ਦਿੱਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਕਾਰਜ ਨਹੀਂ ਕਰਨਾ ਚਾਹੀਦਾ ਜਾਂ ਇਹ ਕਾਰਜ ਕਰਨਾ ਚਾਹੀਦਾ ਹੈ। ਪਰ ਜਦੋਂ ਪਾਤਰ ਮਨਾਹੀਆਂ ਨੂੰ ਤੋੜਦੇ ਹਨ ਤਾਂ ਮੁਸ਼ਕਲਾਂ ਸਹਿਣ ਕਰਦੇ ਹਨ। ਪਰੀ ਕਥਾਵਾਂ ਵਿੱਚ ਪਰੀਆਂ ਸ਼ਹਿਜ਼ਾਦੀਆਂ ਦੀ ਖੂਬਸੂਰਤੀ ਨੂੰ ਰੱਜ ਕੇ ਬਿਆਨ ਕੀਤਾ ਜਾਂਦਾ ਹੈ। ਇਹ ਪਾਤਰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਹਿੰਮਤ ਨਾਲ ਜਿੱਤਦੇ ਜਾਂਦੇ ਹਨ। ਪਰਾ ਸਰੀਰਕ ਸ਼ਕਤੀਆਂ ਵੀ ਪੈਰ ਪੈਰ 'ਤੇ ਇਹਨਾਂ ਪਾਤਰਾਂ ਦੀ ਸਹਾਇਤਾ ਕਰਦੀਆਂ ਹਨ। ਕਿਸੇ ਭਾਸ਼ਾ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਹ ਲਗਭਗ ਹਰੇਕ ਭਾਸ਼ਾ ਵਿੱਚ ਉਪਲਬਧ ਹਨ। ਐਵੇਂ ਹੀ ਪੰਜਾਬੀ ਭਾਸ਼ਾ ਵਿੱਚ ਵੀ ਅਨੇਕਾਂ ਪਰੀ ਕਥਾਵਾਂ ਮਿਲਦੀਆਂ ਹਨ। ਇਹਨਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਨੁਭਵ ਕੀਤੀ ਜਾ ਸਕਦੀ ਹੈ। ਮੌਖਿਕ ਸਾਹਿਤ ਦਾ ਹਿੱਸਾ ਹੋਣ ਕਰਕੇ ਇੱਕੋ ਕਹਾਣੀ ਦੇ ਅਨੇਕਾਂ ਰੂਪ ਮਿਲਦੇ ਹਨ। ਥੋੜ੍ਹਾ ਬਹੁਤਾ ਭਾਸ਼ਾਈ ਵਖਰੇਵਾਂ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਉਦੇਸ਼ ਮਨੋਰਥ ਇੱਕ ਵਰਗਾ ਹੀ ਹੁੰਦਾ ਹੈ। ਪਰੀ ਕਥਾ ਲੰਬੀ ਬਿਰਤਾਂਤਕ ਸੰਗਠਨ ਵਾਲੀ ਰਚਨਾ ਹੁੰਦੀ ਹੈ, ਪਰ ਕੁਝ ਪਰੀ ਕਥਾਵਾਂ ਲਘੂ ਬਿਰਤਾਂਤ ਵਾਲੀਆਂ ਵੀ ਹੁੰਦੀਆਂ ਹਨ। ਲੰਬੀਆਂ ਵੀ ਹੁੰਦੀਆਂ ਹਨ ਅਤੇ ਲਘੂ ਬਿਰਤਾਂਤ ਵਾਲੀਆਂ ਵੀ, ਛੋਟੇ ਬਿਰਤਾਂਤ ਵਾਲੀਆਂ ਵੀ ਹੁੰਦੀਆਂ ਹਨ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸੰਦਲਾ ਪਰੀ, ਅਨਾਰਾ ਸ਼ਹਿਜ਼ਾਦੀ ਅਤੇ ਸਾਹਣੀ ਚਿੜੀ ਪਰੀ ਕਥਾਵਾਂ ਪਾਠ ਪੁਸਤਕ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਸਾਡੇ ਪਾਠ ਪੁਸਤਕ ਦੇ ਵਿੱਚ ਅਨਾਰਾ ਸ਼ਹਿਜ਼ਾਦੀ, ਸਾਹਣੀ ਚਿੜੀ ਅਤੇ ਸੰਦਲਾ ਪਰੀ, ਇਹ 3 ਪਰੀ ਕਥਾਵਾਂ ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਅਸੀਂ ਹੁਣ ਪੜ੍ਹਾਂਗੇ। ਸਾਡੀ ਪਹਿਲੀ ਪਰੀ ਕਥਾ ਹੈ ਸੰਦਲਾ ਪਰੀ। ਕੀ ਹੈ ਸੰਦਲਾ ਪਰੀ ਬਾਰੇ ਅਸੀਂ ਪੜ੍ਹਾਂਗੇ। ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ। ਸੰਦਲਾ ਪਰੀ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਦੱਖਣ ਦੇਸ਼ ਦੇ ਸੰਘਣੇ ਜੰਗਲਾਂ ਵਿੱਚ ਜਿੱਥੇ ਭਾਰੀ ਗਿਣਤੀ ਵਿੱਚ ਚੰਦਨ ਦੇ ਰੁੱਖ ਸਨ। ਚੰਦਨ ਇੱਕ ਪ੍ਰਕਾਰ ਦਾ ਰੁੱਖ ਹੈ। ਇੱਕ ਸੰਦਲਾ ਪਰੀ ਰਹਿੰਦੀ ਸੀ। ਉਸ ਦਾ ਘਰ ਵੀ ਇੱਕ ਚੰਦਨ ਦਾ ਰੁੱਖ ਹੀ ਸੀ। ਇੱਕ ਚੰਦਨ ਦੇ ਰੁੱਖ ਦੇ ਉੱਤੇ ਹੀ ਇੱਕ ਸੰਦਲਾ ਨਾਂ ਦੀ ਪਰੀ ਰਹਿੰਦੀ ਸੀ। ਸੰਦਲਾ ਜਿੱਥੇ ਵੀ ਖੜੀ ਹੋ ਜਾਂਦੀ, ਉਸ ਦਾ ਆਲਾ ਦੁਆਲਾ ਮੀਲਾਂ ਤੀਕਰ ਮਹਿਕਾਂ ਨਾਲ ਭਰ ਜਾਂਦਾ। ਉਹ ਡਰਦੀ ਜੰਗਲ 'ਚੋਂ ਬਾਹਰ ਨਹੀਂ ਸੀ ਆਉਂਦੀ, ਕਿਉਂਕਿ ਉਹ ਡਰਦੀ ਸੀ ਕਿ ਉਸਨੂੰ ਵੀ ਉਹਦੀ ਮਾਂ ਵਾਂਗ ਕੋਈ ਜ਼ਾਲਮ ਸੱਪ ਉਧਾਲ ਕੇ ਦੂਰ ਦੁਰਾੜੇ ਨਾ ਲੈ ਜਾਵੇ। ਸੰਦਲਾ ਦੀ ਮਾਂ ਦੀ ਉੱਗ ਸੁੱਗ ਨਹੀਂ ਸੀ। ਉੱਗ ਸੁੱਗ ਦਾ ਮਤਲਬ ਹੁੰਦਾ ਹੈ ਕੋਈ ਅਤਾ ਪਤਾ ਨਹੀਂ ਲੱਗਿਆ ਸੀ। ਉੱਗ ਸੁੱਗ ਨਹੀਂ ਸੀ ਨਿਕਲੀ। ਸੰਦਲਾ ਪਰੀ ਸੁੰਦਰਤਾ ਤੇ ਮਹਿਕ ਦਾ ਸੁਮੇਲ ਸੀ। ਚਾਰੇ ਪਾਸੇ ਉਸ ਦੀ ਪ੍ਰਸਿੱਧੀ ਫੈਲ ਗਈ। ਅਨੇਕਾਂ ਸ਼ਹਿਜ਼ਾਦੀਆਂ ਨੇ ਸੰਦਲਾ ਨੂੰ ਲੱਭਣ ਦੀ ਵਾਹ ਲਾਈ, ਪਰ ਕੋਈ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਿਆਲਕੋਟ ਨਗਰ ਵਿੱਚ ਇੱਕ ਸ਼ਹਿਜ਼ਾਦਾ ਰਹਿੰਦਾ ਸੀ, ਜਿਸ ਨੂੰ ਰਾਜੇ ਸਲਵਾਨ ਦੀ ਕੁਲ ਵਿੱਚੋਂ ਮੰਨਿਆ ਜਾਂਦਾ ਸੀ। ਸ਼ਹਿਜ਼ਾਦੇ ਦਾ ਨਾਂ ਭੰਵਰਾ ਸੀ। ਭੰਵਰੇ ਦੇ 6 ਭਾਈ ਸਨ, ਜਿਨ੍ਹਾਂ ਦੀ ਘਰ ਗ੍ਰਹਿਸਥੀ ਵਸੀ ਹੋਈ ਸੀ। ਭੰਵਰੇ ਲਈ ਬਹੁਤ ਸਾਰੇ ਰਿਸ਼ਤੇ ਆਏ, ਪਰ ਕੋਈ ਵੀ ਲੜਕੀ ਉਸਨੂੰ ਪਸੰਦ ਨਹੀਂ ਆਈ। ਭੰਵਰਾ ਅਜਿਹੀ ਮੁਟਿਆਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜੋ ਮਹਿਕ ਨਾਲ ਲੱਦੀ ਹੋਵੇ। ਇੱਕ ਦਿਨ ਭੰਵਰੇ ਨੇ ਵੱਡੀ ਭਰਜਾਈ ਤੋਂ ਰੋਟੀ ਮੰਗੀ ਤਾਂ ਉਸਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਉਸਦੀ ਟਹਿਲ ਸੇਵਾ ਨਹੀਂ ਕਰ ਸਕਦੀ। ਬਾਕੀ 5 ਭਰਜਾਈਆਂ ਦਾ ਵੀ ਦੋ ਟੁੱਕ ਜਵਾਬ ਸੀ। ਸਭ ਤੋਂ ਛੋਟੀ ਨੇ ਤਾਂ ਹੱਦ ਹੀ ਕਰ ਦਿੱਤੀ ਜਦ ਉਸਨੇ ਭੰਵਰੇ ਨੂੰ ਤਾਨਾ ਮਾਰਿਆ ਕਿ ਜੇ ਤੇਰੇ ਕੋਈ ਲੜਕੀ ਪਸੰਦ ਨਹੀਂ ਆਉਂਦੀ ਤਾਂ ਦੂਰ ਦੁਰਾੜੇ ਦੱਖਣ ਦੇਸ਼ ਵਿੱਚ ਵਸਦੀ ਸੰਦਲਾ ਵਿਆਹ ਲਿਆਵੇ, ਜਿਹੜੀ ਗੁਣਾਂ ਅਤੇ ਖੂਬਸੂਰਤੀ ਦੀ ਮਿਸਾਲ ਹੈ। ਭੰਵਰੇ ਨੇ ਜਦ ਭਰਜਾਈ ਤੋਂ ਉਸਦਾ ਟਿਕਾਣਾ ਪੁੱਛਿਆ ਤਾਂ ਉਸ ਇੰਨਾ ਹੀ ਕਿਹਾ ਕਿ ਕਿਸੇ ਦਰੱਖਤ ਵਿੱਚ ਉਸਦਾ ਵਾਸ ਹੈ ਭਾਵ ਰਹਿੰਦੀ ਹੈ। ਭੰਵਰੇ ਨੇ ਭਰਜਾਈ ਦੇ ਮਿਹਣੇ ਨੂੰ ਦਿਲ 'ਤੇ ਲਾ ਲਿਆ। ਉਹ ਘੋੜੇ 'ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵਧਣ ਲੱਗਿਆ। ਕਈ ਦਿਨਾਂ ਦੇ ਸਫ਼ਰ ਮਗਰੋਂ ਭੰਵਰੇ ਨੂੰ ਜੰਗਲਾਂ ਵਿੱਚ ਸਮਾਧੀ 'ਚ ਲੀਨ ਜੋਗੀ ਮਿਲਿਆ। ਇੱਕ ਜ਼ਹਿਰੀਲਾ ਸੱਪ ਤੇਜ਼ੀ ਨਾਲ ਜੋਗੀ ਵੱਲ ਵਧਿਆ। ਇਸ ਤੋਂ ਪਹਿਲਾਂ ਕਿ ਉਹ ਜੋਗੀ ਨੂੰ ਡਸਦਾ, ਭੰਵਰੇ ਨੇ ਆਪਣੀ ਤਲਵਾਰ ਨਾਲ ਉਸਨੂੰ ਜ਼ਖਮੀ ਕਰ ਦਿੱਤਾ। ਉਹ ਸੱਪ ਬੇਹੋਸ਼ ਹੋ ਗਿਆ। ਜਦ ਜੋਗੀ ਦੀ ਸਮਾਧੀ ਖੁੱਲ੍ਹੀ ਤਾਂ ਉਹ ਸੱਪ ਨੂੰ ਬੇਸੁਰਤ ਦੇਖ ਕੇ ਹੈਰਾਨ ਹੋ ਗਿਆ। ਜੋਗੀ ਨੇ ਭੰਵਰੇ ਨੂੰ ਸਵਾਲ ਕੀਤਾ ਕਿ ਉਹ ਕੌਣ ਹੈ, ਉਸਨੇ ਸੱਪ ਨੂੰ ਕਿਉਂ ਮਾਰਿਆ। ਭੰਵਰੇ ਨੇ ਜਵਾਬ ਦਿੱਤਾ, ਮਹਾਰਾਜ, ਮੈਂ ਸਿਆਲਕੋਟ ਦਾ ਸ਼ਹਿਜ਼ਾਦਾ ਭੰਵਰਾ ਹਾਂ। ਉਸਨੇ ਦੱਸਿਆ ਕਿ ਜੇ ਮੈਂ ਸੱਪ ਨੂੰ ਨਾ ਮਾਰਦਾ ਤਾਂ ਇਸ ਨੇ ਤੁਹਾਨੂੰ ਡਸ ਲੈਣਾ ਸੀ। ਜੋਗੀ ਨੇ ਭੰਵਰੇ ਨੂੰ ਸੱਚਾਈ ਦੱਸੀ ਕਿ ਇਹ ਸੱਪ ਮੈਨੂੰ ਡੰਗ ਮਾਰ ਨਹੀਂ ਬਲਕਿ ਮੇਰੇ ਚਰਨ ਛੂਹਣ ਆਉਂਦਾ ਹੈ, ਕਿਉਂਕਿ ਇਹ ਮੇਰਾ ਸ਼ਰਧਾਲੂ ਹੈ। ਜੋਗੀ ਨੇ ਜਿਉਂ ਹੀ ਸੱਪ ਦੀ ਪਿੱਠ 'ਤੇ ਹੱਥ ਫੇਰਿਆ, ਉਸਨੂੰ ਹੋਸ਼ ਆ ਗਈ। ਸੱਪ ਨੇ ਭੰਵਰੇ ਨੂੰ ਆਖਿਆ, ਤੂੰ ਮੇਰੀ ਸ਼ਰਧਾ ਦੀ ਹੱਤਕ ਕੀਤੀ ਏ, ਮੈਂ ਇਸ ਦਾ ਤੈਥੋਂ ਬਦਲਾ ਲਵਾਂਗਾ। ਇਹ ਕਹਿੰਦੇ ਸਾਰ ਸੱਪ ਆਪਣੇ ਰਾਹ ਪੈ ਗਿਆ। ਭੰਵਰਾ ਹੈਰਾਨ ਸੀ ਕਿ ਸੱਪ ਮਨੁੱਖਾਂ ਵਾਂਗ ਬੋਲਦਾ ਤੇ ਘੂਰਦਾ ਸੀ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਜਿਹੜਾ ਸੱਪ 100 ਸਾਲ ਦੀ ਉਮਰ ਭੋਗ ਲਵੇ ਉਹ ਕੋਈ ਵੀ ਰੂਪ ਧਾਰ ਸਕਦਾ ਹੈ। ਤੈਨੂੰ ਇਸ ਛਲੇਡੇ ਤੋਂ ਬਚਣਾ ਚਾਹੀਦਾ ਹੈ, ਪਰ ਤੂੰ ਫਿਕਰ ਨਾ ਕਰ, ਮੈਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੋਗੀ ਨੇ ਭੰਵਰੇ ਨੂੰ ਸੰਘਣੇ ਜੰਗਲ 'ਚ ਆਉਣ ਦਾ ਕਾਰਨ ਪੁੱਛਿਆ। ਜੋਗੀ ਨੇ ਭੰਵਰੇ ਨੂੰ ਪੁੱਛਿਆ ਕਿ ਤੂੰ ਇਸ ਜੰਗਲ ਦੇ ਵਿੱਚ ਕੀ ਲੈਣ ਆਇਆ ਹੈ। ਬੇਟਾ, ਤੂੰ ਕਿੱਧਰ ਜਾ ਰਿਹਾ ਏ। ਮਹਾਰਾਜ, ਮੈਂ ਸੰਦਲਾ ਦੀ ਤਲਾਸ਼ 'ਚ ਆਇਆ ਹਾਂ। ਉਹ ਚੰਦਨ ਦੇ ਇੱਕ ਰੁੱਖ ਵਿੱਚ ਛੁਪ ਕੇ ਬੈਠੀ ਹੈ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਦੱਖਣ ਦੇ ਜੰਗਲ ਵਿੱਚ ਹਜ਼ਾਰਾਂ ਦੀ ਗਿਣਤੀ ਦਰੱਖਤ ਹਨ। ਤੇਰੇ ਤੋਂ ਪਹਿਲਾਂ ਵੀ ਕਈ ਰਾਜਕੁਮਾਰ ਆਏ, ਪਰ ਉਹਨਾਂ ਦੇ ਹੱਥ ਵੀ ਨਿਰਾਸ਼ਾ ਹੀ ਲੱਗੀ। ਤੂੰ ਕਿਵੇਂ ਸੰਦਲਾ ਵਾਲਾ ਰੁੱਖ ਪਛਾਣੇਗਾ। ਪਰ ਭੰਵਰਾ ਕਹਿਣ ਲੱਗਿਆ ਕਿ ਮਹਾਰਾਜ, ਮੈਂ ਪੱਕੀ ਧਾਰ ਕੇ ਆਇਆ ਹਾਂ। ਮੈਂ ਸੰਦਲਾ ਨੂੰ ਪਾਉਣ ਲਈ ਜਾਨ ਦੀ ਬਾਜੀ ਲਾ ਦੇਵਾਂਗਾ। ਮੇਰੇ ਜੀਵਨ ਦਾ ਇੱਕੋ ਇੱਕ ਮਕਸਦ ਸੰਦਲਾ ਨੂੰ ਖੋਜਣਾ ਹੈ। ਮੈਂ ਹਰ ਦਰੱਖਤ ਚੀਰ ਕੇ ਸੰਦਲਾ ਨੂੰ ਤਲਾਸ਼ ਲਵਾਂਗਾ। ਜੋਗੀ ਨੇ ਆਖਿਆ ਕਿ ਇੱਕ ਰੁੱਖ ਚੀਰਨ ਨਾਲ ਤਾਂ ਸਾਰਾ ਜੰਗਲ ਬਰਬਾਦ ਹੋ ਜਾਵੇਗਾ। ਜੋਗੀ ਨੇ ਭੰਵਰੇ ਨੂੰ ਇੱਕ ਕੌਡੀ ਦਿੱਤੀ ਤੇ ਕਿਹਾ, ਤੂੰ ਇਹ ਕੌਡੀ ਹਰੇਕ ਚੰਦਨ ਦੇ ਦਰੱਖਤ ਨੂੰ ਛੁਹਾਂਦਾ ਜਾਈਂ। ਜਿਸ ਰੁੱਖ ਵਿੱਚ ਸੰਦਲਾ ਹੋਈ ਤੈਨੂੰ ਕੌਡੀ 'ਚੋਂ ਨਜ਼ਰ ਆ ਜਾਵੇਗੀ। ਜੋਗੀ ਨੇ ਕੌਡੀ ਦੀ ਇੱਕ ਹੋਰ ਕਰਾਮਾਤ ਦੱਸੀ ਕਿ ਇਸ ਦੀ ਮੌਜੂਦਗੀ 'ਚ ਕੋਈ ਸੱਪ ਵੀ ਤੈਨੂੰ ਨਹੀਂ ਡਸ ਸਕਦਾ। ਜੋਗੀ ਤੋਂ ਆਸ਼ੀਰਵਾਦ ਲੈ ਕੇ ਭੰਵਰਾ ਦੱਖਣ ਦੇਸ਼ ਦੇ ਜੰਗਲਾਂ ਵਿੱਚ ਪਹੁੰਚ ਗਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਚੰਦਨ ਦੇ ਰੁੱਖ ਵੇਖ ਕੇ ਘਬਰਾ ਗਿਆ।
ਉਸਨੇ ਕੌਡੀ ਦੀ ਮਦਦ ਨਾਲ ਆਪਣਾ ਕਾਰਜ ਆਰੰਭ ਕੀਤਾ। ਉਸਨੇ ਸਾਰਾ ਦਿਨ ਕੌਡੀ ਲਗਾ ਕੇ ਚੰਦਨ ਦੇ ਰੁੱਖ ਵੇਖੇ, ਪਰ ਉਸਨੂੰ ਸਫਲਤਾ ਨਾ ਮਿਲੀ। ਦਰਅਸਲ ਉਸਨੇ ਉਤਾਵਲੇਪਨ 'ਚ ਕੁਝ ਰੁੱਖ ਛੱਡ ਦਿੱਤੇ ਸਨ। ਉਹਨਾਂ 'ਚੋਂ ਹੀ ਇੱਕ ਰੁੱਖ ਸੰਦਲਾ ਦਾ ਬਸੇਰਾ ਸੀ, ਭਾਵ ਸੰਦਲਾ। ਦੂਜੀ ਵਾਰ ਵੀ ਭੰਵਰੇ ਨੇ ਸਿਰ ਤੋਂ ਯਤਨ ਕੀਤਾ, ਪਰ ਕਾਮਯਾਬ ਨਾ ਹੋਇਆ। ਤੀਸਰੀ ਵਾਰ ਭੰਵਰੇ ਨੇ ਆਪਣੀ ਮੰਜ਼ਿਲ ਨੂੰ ਪਾਉਣ ਦੀ ਮੁਹਿੰਮ ਸੁਚੱਜੇ ਤਰੀਕੇ ਨਾਲ ਆਰੰਭ ਕੀਤੀ। ਉਹ ਜਿਸ ਰੁੱਖ 'ਤੇ ਕੌਡੀ ਰੱਖਦਾ, ਨਿਸ਼ਾਨੀ ਵਜੋਂ ਉਸ ਰੁੱਖ 'ਤੇ ਕਾਂਟਾ ਮਾਰ ਦਿੰਦਾ। ਇਸ ਤਰ੍ਹਾਂ ਕਰਦਾ ਉਹ ਇੱਕ ਸਧਾਰਨ ਤੇ ਬੇਢੱਬੇ ਰੁੱਖ ਕੋਲ ਆਇਆ ਤੇ ਪਹਿਲਾਂ ਉਸ ਦੀਆਂ ਨਜ਼ਰਾਂ ਤੋਂ ਬਚ ਗਿਆ ਸੀ। ਭੰਵਰੇ ਦਾ ਇਹ ਮੰਨਣਾ ਸੀ ਕਿ ਇੱਦਾਂ ਦੇ ਵਿੰਗੇ ਟੇਢੇ ਰੁੱਖ ਵਿੱਚ ਉਸ ਦੇ ਸੁਪਨਿਆਂ ਦੀ ਮਲਕਾ ਨਹੀਂ ਹੋ ਸਕਦੀ, ਪਰ ਉਸ ਦਾ ਅੰਦਾਜ਼ਾ ਗਲਤ ਸੀ। ਜਦ ਹੀ ਰੁੱਖ ਉੱਪਰ ਕੌਡੀ ਰੱਖੀ ਤਾਂ ਸੁੰਦਰ ਪਰੀ ਵਰਗੀ ਜਵਾਨ ਲੜਕੀ ਨਜ਼ਰ ਆਈ। ਸੰਦਲੀ ਲਿਬਾਸ ਵਿੱਚ ਸਜੀ ਹੋਈ ਸੰਦਲਾ ਆਪਣੇ ਕੇਸ ਵਾਹ ਰਹੀ ਸੀ। ਇਸ ਦੌਰਾਨ ਦੋਹਾਂ ਦੀ ਹੀ ਨਜ਼ਰ ਇੱਕ ਦੂਸਰੇ ਉੱਪਰ ਪੈ ਗਈ। ਕੁਝ ਪਲ ਬਿਨਾਂ ਪਲਕ ਝਪਕੇ ਉਹ ਇੱਕ ਦੂਸਰੇ ਨੂੰ ਵੇਖਦੇ ਰਹੇ। ਸੰਦਲਾ ਤੇ ਭੰਵਰਾ ਬਹੁਤ ਦੇਰ ਮਿੱਠੀਆਂ ਗੱਲਾਂ ਕਰਦੇ ਰਹੇ। ਦੋਵੇਂ ਮਨ ਵਿੱਚ ਵਿਚਾਰ ਕਰ ਰਹੇ ਸਨ ਕਿ ਉਹਨਾਂ ਨੂੰ ਆਪਣੀ ਮੰਜ਼ਿਲ ਪ੍ਰਾਪਤ ਹੋ ਗਈ ਹੈ। ਅਚਾਨਕ ਸੰਦਲਾ ਵੇਖਦੀ ਹੈ ਕਿ ਇੱਕ ਸੱਪ ਵਾਓ ਦਾ ਹੀ ਭੰਵਰੇ ਨੂੰ ਡੱਸਣ ਲਈ ਅੱਗੇ ਵਧ ਰਿਹਾ ਹੈ। ਸੰਦਲਾ ਨੇ ਭੰਵਰੇ ਨੂੰ ਸੁਚੇਤ ਕੀਤਾ। ਜਦ ਭੰਵਰੇ ਨੇ ਤਲਵਾਰ ਸੂਤ ਲਈ ਤਾਂ ਸੱਪ ਰੂਪੋਸ ਹੋ ਗਿਆ। ਹੁਣ ਸੰਦਲਾ ਦਰਖਤ ਵਿੱਚੋਂ ਬਾਹਰ ਆ ਚੁੱਕੀ ਸੀ। ਉਸਨੇ ਭੰਵਰੇ ਨੂੰ ਦੱਸਿਆ ਕਿ ਤੈਨੂੰ ਸੱਪ ਤੋਂ ਬਚਾਉਣ ਲਈ ਮੈਨੂੰ ਇਸ ਰੁੱਖ 'ਚੋਂ ਬਾਹਰ ਆਉਣਾ ਪਿਆ। ਭੰਵਰੇ ਨੇ ਜੋਗੀ ਦੁਆਰਾ ਦਿੱਤੀ ਕੌਡੀ ਦੀ ਕਰਾਮਾਤ ਬਾਰੇ ਸੰਦਲਾ ਨੂੰ ਦੱਸਿਆ ਕਿ ਜਿੰਨੀ ਦੇਰ ਮੇਰੇ ਪਾਸ ਇਹ ਕੌਡੀ ਰਹੇਗੀ ਉਹ ਮੈਂ ਕੁਝ ਨਹੀਂ ਵਿਗਾੜ ਸਕਦੇ। ਵਸਲ ਦੀਆਂ ਘੜੀਆਂ ਥੋੜ੍ਹੀਆਂ ਹੀ ਬੀਤਦੀਆਂ ਸਨ ਕਿ ਇੱਕ ਗੱਭਰੂ ਅਚਾਨਕ ਦਰਖਤ ਤੋਲਿਓ ਨਿਕਲਦਾ ਹੈ ਤੇ ਸੰਦਲਾ ਨੂੰ ਘੋੜੇ 'ਤੇ ਬਿਠਾ ਕੇ ਪਲਾਂ ਛਿਨਾਂ ਵਿੱਚ ਗਾਇਬ ਹੋ ਜਾਂਦਾ ਹੈ। ਇਹ ਗੱਭਰੂ ਅਸਲ ਵਿੱਚ ਉਹ ਛਲੇਡਾ ਸੱਪ ਸੀ। ਇਹ ਸੱਪਾਂ ਦਾ ਰਾਜਾ ਸੀ ਜੋ ਸੰਦਲਾ ਦੇ ਹੁਸਨ ਦਾ ਕਾਇਲ ਹੋ ਕੇ ਉਸਨੂੰ ਬੰਦੀ ਬਣਾ ਕੇ ਲੈ ਗਿਆ। ਭੰਵਰਾ ਫਿਰ ਪਾਗਲਾਂ ਵਾਂਗ ਸੰਦਲਾ ਦੀ ਤਲਾਸ਼ ਕਰਦਾ ਹੈ, ਪਰ ਉਸਨੂੰ ਸਫਲਤਾ ਨਹੀਂ ਮਿਲਦੀ। ਉੱਧਰ ਸੰਦਲਾ ਸੱਪਾਂ ਦੇ ਰਾਜ ਦੀਆਂ ਮਿੰਨਤਾਂ ਕਰਦੀ ਹੈ ਕਿ ਮੈਨੂੰ ਮੇਰੇ ਸੁਪਨਿਆਂ ਦੇ ਰਾਜਕੁਮਾਰ ਕੋਲੋਂ ਦੂਰ ਕਰਕੇ ਤੂੰ ਬੜਾ ਭਾਰੀ ਪਾਪ ਕੀਤਾ ਹੈ, ਇਸ ਲਈ ਮੈਨੂੰ ਭੰਵਰੇ ਕੋਲ ਵਾਪਸ ਛੱਡ ਆਵੇ। ਸੱਪ ਸੰਦਲਾ ਨੂੰ ਰਾਣੀ ਬਣਾ ਕੇ ਰੱਖਣ ਦੀਆਂ ਗੱਲਾਂ ਕਰਦਾ ਹੈ, ਜਿਸ ਦਾ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ। ਛਲੇਡਾ ਸੱਪ ਉਸ ਨੂੰ ਧਮਕੀ ਦਿੰਦਾ ਹੈ ਕਿ ਜੇ ਤੂੰ ਪਿਆਰ ਨਾਲ ਨਾ ਮੰਨੀ ਤਾਂ ਮੈਂ ਤੈਨੂੰ ਜ਼ਬਰਦਸਤੀ ਆਪਣੇ ਘਰ ਵਸਾ ਲਵਾਂਗਾ। ਸੰਦਲਾ ਛਲੇੜੇ ਸੱਪ ਦਾ ਇਹ ਜਵਾਬ ਸੁਣ ਕੇ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਦੁਨੀਆ ਦੀ ਕੋਈ ਤਾਕਤ ਭੰਵਰੇ ਤੋਂ ਵੱਖ ਨਹੀਂ ਕਰ ਸਕਦੀ, ਇਸ ਲਈ ਮੈਂ ਜਾ ਰਹੀ ਹਾਂ। ਅੱਖ ਝਪਕਣ ਜਿੰਨੇ ਸਮੇਂ ਵਿੱਚ ਸੰਦਲਾ ਗਾਇਬ ਹੋ ਗਈ ਅਤੇ ਪੂਰੇ ਜੰਗਲ ਵਿੱਚ ਮਹਿਕ ਤੇ ਖੁਸ਼ਬੂ ਬਣ ਕੇ ਪਸਰ ਗਈ ਭਾਵ ਫੈਲ ਗਈ। ਸਿਰਫ ਉਸ ਦੀ ਪਰਛਾਈ ਛਲੇਡੇ ਸੱਪ ਪਾਸ ਰਹਿ ਗਈ, ਜਿਸ ਤੋਂ ਬੇਚੈਨ ਹੋ ਕੇ ਉਹ ਇੱਧਰ ਉੱਧਰ ਭਟਕਣ ਲੱਗਾ। 2 ਦਿਨਾਂ ਵਿੱਚ ਛਲੇਡੇ ਸੱਪ ਨੇ ਅਨੇਕਾਂ ਜੂਨਾਂ ਬਦਲੀਆਂ, ਪਰ ਉਸਨੂੰ ਸੰਦਲਾ ਨਾ ਮਿਲੀ। ਮਰਨ ਵੇਲੇ ਉਹ ਆਪਣੀ ਅਸਲੀ ਸੱਪ ਵਾਲੀ ਜੂਨ ਵਿੱਚ ਸੀ। ਉਸਨੇ ਦਰਖਤਾਂ ਨਾਲ ਸਿਰ ਮਾਰ ਕੇ ਆਪਣੀ ਜਾਨ ਵਾਰ ਦਿੱਤੀ। ਭੰਵਰਾ ਉਸੇ ਹੀ ਜਗ੍ਹਾ ਨਿਰਾਸ਼ ਭੁੱਖਾ ਭਾਣਾ ਕਈ ਦਿਨ ਗੁਜ਼ਾਰ ਰਿਹਾ ਹੁੰਦਾ ਹੈ। ਸੱਪ ਵੀ ਉਸਨੂੰ ਘੇਰਾ ਘੱਤ ਕੇ ਡੱਸਣ ਲਈ ਬੈਠੇ ਸਨ, ਪਰ ਕੌਡੀ ਦੀ ਕਰਾਮਾਤ ਕਾਰਨ ਆਪਣੇ ਇਰਾਦੇ 'ਚ ਕਾਮਯਾਬ ਨਹੀਂ ਹੋ ਰਹੇ ਸਨ। ਅਚਾਨਕ ਇੱਕ ਬੁੱਢੇ ਸੱਪ ਨੂੰ ਭੰਵਰੇ ਉੱਪਰ ਤਰਸ ਆ ਜਾਂਦਾ ਹੈ। ਉਸ ਤੋਂ ਭੰਵਰੇ ਦੀ ਤਰਸਯੋਗ ਹਾਲਤ ਬਰਦਾਸ਼ਤ ਨਹੀਂ ਹੁੰਦੀ। ਉਹ ਭੰਵਰੇ ਨੂੰ ਸੱਪਾਂ ਦੇ ਰਾਜੇ ਛਲੇਡੇ ਦੇ ਦੇਸ਼ ਦੀ ਜਾਣਕਾਰੀ ਦਿੰਦਾ ਹੈ। ਭੰਵਰਾ ਦਿਨ ਰਾਤ ਸਫ਼ਰ ਕਰਦਾ ਉਸਦੇ ਦੇਸ਼ ਜੰਗਲ 'ਚ ਪਹੁੰਚ ਜਾਂਦਾ ਹੈ। ਜੰਗਲ ਦੀ ਮਹਿਕ ਤੋਂ ਉਸਦਾ ਯਕੀਨ ਵੱਧ ਜਾਂਦਾ ਹੈ ਕਿ ਸੰਦਲਾ ਇੱਥੇ ਹੀ ਹੈ, ਪਰ ਜਿਹੜੇ ਵੀ ਦਰਖਤ 'ਤੇ ਕੌਡੀ ਲਾ ਕੇ ਵੇਖਦਾ ਹੈ ਉਸਨੂੰ ਸੰਦਲਾ ਦਾ ਪੂਰਾ ਰੂਪ ਨਜ਼ਰ ਆਉਣ ਦੀ ਬਜਾਏ ਉਸਦਾ ਕੋਈ ਇੱਕ ਅੰਗ ਹੀ ਨਜ਼ਰ ਆਉਂਦਾ ਹੈ। ਭੰਵਰੇ ਨੂੰ ਇੱਕ ਤਰਤੀਬ ਸੁਝਦੀ ਹੈ। ਉਹ ਅਲੱਗ-ਅਲੱਗ ਦਰਖਤਾਂ ਦੀਆਂ ਟਾਹਣੀਆਂ ਪੱਤੇ ਇੱਕ ਥਾਂ ਇਕੱਠੇ ਕਰਕੇ ਜਦ ਕੌਡੀ ਲਾਉਂਦਾ ਹੈ ਤਾਂ ਸਾਕਸ਼ਾਤ ਰੂਪ 'ਚ ਸੰਦਲਾ ਪ੍ਰਗਟ ਹੋ ਜਾਂਦੀ ਹੈ। ਭੰਵਰੇ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹਿੰਦਾ। ਸੰਦਲਾ ਵੀ ਰਾਜਕੁਮਾਰ ਨੂੰ ਪ੍ਰਾਪਤ ਕਰਕੇ ਧਨ ਹੋ ਜਾਂਦੀ ਹੈ। ਭੰਵਰਾ ਸੰਦਲਾ ਨਾਲ ਸ਼ਾਦੀ ਕਰਕੇ ਆਪਣੇ ਦੇਸ਼ ਪਹੁੰਚਦਾ ਹੈ ਤਾਂ ਪ੍ਰਜਾ ਅਤੇ ਪਰਿਵਾਰ ਵਾਲੇ ਖੁਸ਼ ਹੁੰਦੇ ਹਨ। ਲੋਕਾਂ ਦੀ ਧਾਰਨਾ ਹੈ ਕਿ ਭੰਵਰਾ ਅਤੇ ਸੰਦਲਾ ਹਰ ਯੁੱਗ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੇ ਹਨ, ਮਿਲਦੇ ਹਨ ਤੇ ਵਿਛੜ ਜਾਂਦੇ ਹਨ, ਪਰ ਉਹਨਾਂ ਦੇ ਪਿਆਰ ਦੀ ਕਰਾਮਾਤ ਉਹਨਾਂ ਨੂੰ ਦੁਬਾਰਾ ਫਿਰ ਮਿਲਾ ਦਿੰਦੀ ਹੈ। ਤਾਂ ਇਹ ਪਾਠ ਅਸੀਂ ਪੜ੍ਹਿਆ। ਹੁਣ ਇਸ ਦੇ ਅਭਿਆਸ ਪ੍ਰਸ਼ਨ ਹੱਲ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ, ਪਰੀ ਦਾ ਨਾਂ ਕੀ ਸੀ? ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਪਰੀ ਦਾ ਨਾਂ ਸੰਦਲਾ ਸੀ। ਸਾਡਾ ਉੱਤਰ ਹੋਵੇਗਾ ਸੰਦਲਾ। ਸਾਡਾ ਪ੍ਰਸ਼ਨ ਨੰਬਰ 2 ਹੈ, ਸ਼ਹਿਜ਼ਾਦੇ ਭੰਵਰੇ ਨੂੰ ਭਾਬੀਆਂ ਨੇ ਕੀ ਤਾਨਾ ਮਾਰਿਆ? ਪਾਠ ਦੇ ਵਿੱਚ ਜਿਵੇਂ ਕਿ ਅਸੀਂ ਪੜ੍ਹਿਆ ਹੈ,
ਭਾਬੀਆਂ ਨੇ ਰੋਟੀ ਟੁੱਕ ਤੋਂ ਜਵਾਬ ਦਿੰਦਿਆਂ ਕਿਹਾ ਕਿ ਜੇ ਤੇਰੇ ਕੋਈ ਲੜਕੀ ਪਸੰਦ ਨਹੀਂ ਆਉਂਦੀ ਤਾਂ ਦੂਰ ਦੁਰਾੜੇ ਦੱਖਣ ਦੇਸ਼ ਵਿੱਚ ਵਸਦੀ ਸੰਦਲਾ ਪਰੀ ਨੂੰ ਵਿਆਹ ਲਿਆਵੇ, ਜਿਹੜੀ ਗੁਣਾਂ ਅਤੇ ਖੂਬਸੂਰਤੀ ਦੀ ਮਿਸਾਲ ਹੈ। ਇਹ ਤਾਨਾ ਮਾਰਿਆ ਸੀ। ਸਾਡਾ ਪ੍ਰਸ਼ਨ ਨੰਬਰ 3 ਹੈ, ਜੋਗੀ ਨੇ ਭੰਵਰੇ ਦੀ ਕਿਵੇਂ ਮਦਦ ਕੀਤੀ। ਜੰਗਲ ਦੇ ਵਿੱਚ ਜੋ ਜੋਗੀ ਮਿਲਿਆ ਸੀ ਭੰਵਰੇ ਨੂੰ, ਸ਼ਹਿਜ਼ਾਦੇ ਨੂੰ, ਉਸਨੇ ਕੀ ਮਦਦ ਕੀਤੀ, ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ। ਇਸ ਦਾ ਉੱਤਰ ਹੋਵੇਗਾ, ਜੋਗੀ ਨੇ ਭੰਵਰੇ ਨੂੰ ਇੱਕ ਕੌਡੀ ਦਿੱਤੀ ਅਤੇ ਕਿਹਾ ਕਿ ਉਹ ਇਸ ਕੌਡੀ ਨੂੰ ਹਰ ਦਰਖਤ ਨਾਲ ਛੁਹਾਵੇ। ਜਿਸ ਦਰਖਤ ਵਿੱਚ ਸੰਦਲਾ ਹੋਵੇਗੀ ਉਸਨੂੰ ਕੌਡੀ ਵਿੱਚੋਂ ਨਜ਼ਰ ਆ ਜਾਏਗੀ ਅਤੇ ਉਹ ਕੌਡੀ ਉਸਨੂੰ ਸੱਪ ਦੇ ਡੰਗ ਮਾਰਨ ਤੋਂ ਵੀ ਬਚਾਵੇਗੀ। ਜੇਕਰ ਉਹ ਉਸ ਕੌਡੀ ਨੂੰ ਕੋਲੇ ਰੱਖੇਗਾ ਤਾਂ ਉਸਨੂੰ ਸੱਪ ਨਹੀਂ ਡਸ ਸਕੇਗਾ, ਕੋਈ ਵੀ ਸੱਪ ਨਹੀਂ ਡਸ ਸਕਦਾ। ਸਾਡਾ ਅਗਲਾ ਪ੍ਰਸ਼ਨ ਹੈ, ਸ਼ਹਿਜ਼ਾਦੇ ਨੂੰ ਪਰੀ ਕਿਵੇਂ ਮਿਲੀ। ਪਹਿਲੀ ਵਾਰ ਸ਼ਹਿਜ਼ਾਦਾ ਕੌਡੀ ਦੀ ਮਦਦ ਨਾਲ ਦਰਖਤ ਵਿੱਚੋਂ ਪਰੀ ਨੂੰ ਲੱਭ ਲੈਂਦਾ ਹੈ, ਪਰ ਦੂਜੀ ਵਾਰ ਜਦੋਂ ਛਲੇਡਾ ਸੱਪ ਉਸ ਨੂੰ ਲੈ ਜਾਂਦਾ ਹੈ ਤਾਂ ਇੱਕ ਬੁੱਢਾ ਸੱਪ ਤਰਸ ਖਾ ਕੇ ਉਸ ਨੂੰ ਛਲੇਡੇ ਸੱਪ ਦੇ ਦੇਸ਼ ਦੀ ਜਾਣਕਾਰੀ ਦਿੰਦਾ ਹੈ ਅਤੇ ਉਹ ਦੁਬਾਰਾ ਉਸ ਕੌਡੀ ਦੀ ਮਦਦ ਨਾਲ ਦਰਖਤਾਂ ਦੇ ਵਿੱਚੋਂ ਪਰੀ ਨੂੰ, ਸੰਦਲਾ ਪਰੀ ਨੂੰ ਲੱਭ ਲੈਂਦਾ ਹੈ ਅਤੇ ਆਪਣੇ ਦੇਸ਼ ਲੈ ਆਉਂਦਾ ਹੈ। ਇਸ ਤਰ੍ਹਾਂ ਉਸ ਨੂੰ ਸੰਦਲਾ ਪਰੀ ਕੌਡੀ ਦੀ ਮਦਦ ਨਾਲ ਮਿਲੀ। ਅਗਲਾ ਪ੍ਰਸ਼ਨ ਹੈ ਸਾਡਾ, ਸੰਦਲਾ ਪਰੀ ਕਥਾ ਦਾ ਸਾਰ ਲਿਖੋ। ਸਾਰ ਅਸੀਂ ਪੂਰੇ ਪਾਠ ਦੇ ਵਿੱਚੋਂ ਲਿਖਣਾ ਹੈ। ਅਸੀਂ ਪਾਠ ਪੜ੍ਹਿਆ ਹੈ ਤਾਂ ਉਸ ਨਾਲ ਇਹ ਪੂਰਾ ਪਾਠ ਹੀ ਉਸ ਦਾ ਸਾਰ ਹੋਵੇਗਾ। ਇਹ ਪਾਠ ਸਾਡਾ ਕੰਪਲੀਟ ਹੋਇਆ। ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਤੋਂ ਬਾਅਦ ਦੀ ਅਗਲੀ ਪਰੀ ਕਥਾ ਹੈ ਜੋ ਸਾਡੀ, ਇਹ ਅਸੀਂ ਅਗਲੇ ਪਾਠ ਦੇ ਵਿੱਚ, ਅਗਲੇ ਵੀਡੀਓ ਦੇ ਵਿੱਚ ਪੜ੍ਹਾਂਗੇ। ਧੰਨਵਾਦ।